ਵਾਇਸ ਆਫ ਇੰਡੀਆ ਨੂੰ ਇਹ ਬਹੁਤ ਵੱਡਾ ਮਾਣ ਹਾਸਲ ਹੈ ਜੀ। ਅੱਜ ਸਾਡੇ ਨਾਲ ਪੰਜਾਬੀ ਬੋਲੀ ਦੇ ਦੂਤ ਅਤੇ ਬਹੁਤ ਵੱਡੇ ਸਾਹਿਤਕਾਰ ਡਾਕਟਰ ਸਾਧੂ ਬਨਿੰਗ ਸਾਡੇ ਨਾਲ ਹਾਜ਼ਰ ਨੇ, ਜਿਹੜੇ ਵਿਨੀਪੈਗ ਦੇ ਵਿੱਚ ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸੰਸਥਾ ਦੇ ਸੱਦੇ 'ਤੇ ਪੰਜਾਬੀ ਬੋਲੀ ਦੇ ਸੰਬੰਧ ਵਿੱਚ ਇੱਕ ਸੈਮੀਨਾਰ ਜਿਹੜਾ ਆਯੋਜਿਤ ਹੋਇਆ, ਉਹਦੇ ਮੁੱਖ ਵਕਤਾ ਨੇ। ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦਾ ਸੁਭਾਗ ਹਾਸਲ ਕੀਤਾ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਜੀ ਹਾਂ, ਬਹੁਤ ਬਹੁਤ ਸ਼ੁਕਰੀਆ MP ਸਿੰਘ ਜੀ। ਮੈਨੂੰ ਬਹੁਤ ਖੁਸ਼ੀ ਤੁਹਾਡੇ ਨਾਲ ਮਿਲ ਕੇ ਅਤੇ ਤੁਹਾਡੇ ਸ਼ਹਿਰ ਆ ਗਈ। ਬਹੁਤ ਚੰਗਾ ਲੱਗਾ ਜੀ ਸਾਨੂੰ ਵੀ ਕਿ ਇੱਕ ਅਸੀਂ ਬਹੁਤ ਵੱਡੇ ਸਾਹਿਤਕਾਰ ਦੇ ਅੱਜ ਕੋਲ ਬੈਠ ਕੇ ਮੈਂ ਨਿੱਘ ਮਾਣ ਰਿਹਾ। ਬੜੀ ਲੰਬੀ ਚਿਰਾਂ ਤੋਂ ਮੇਰੀ ਖਾਹਿਸ਼ ਸੀ ਕਿ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ। ਤੁਸੀਂ ਪੰਜਾਬੀ ਸਾਹਿਤ, ਪੰਜਾਬੀ ਬੋਲੀ ਬਾਰੇ ਬੜੇ ਲੰਮੇ ਸਮੇਂ ਤੋਂ ਚਿੰਤਾਤੁਰ ਵੀ ਹੋ, ਸਰਗਰਮ ਵੀ ਹੋ। ਤੁਹਾਡੀਆਂ ਚਿੰਤਾਵਾਂ ਕੀ ਹੈ ਅਤੇ ਸਰਗਰਮੀਆਂ ਕੀ ਹੈ, ਆਪਾਂ ਇਹਨਾਂ ਦਾ ਲੇਖਾ ਜੋਖਾ ਕਰੀਏ। ਠੀਕ ਹੈ। ਹਾਂਜੀ, ਮੈਨੂੰ ਵੈਨਕੂਵਰ ਕੈਨੇਡਾ ਆਇਆ ਨੂੰ ਕਾਫੀ ਲੰਮਾ ਸਮਾਂ ਹੋ ਗਿਆ। ਮੈਂ 67 ਵਿੱਚ ਆਇਆ ਸੀ ਅਤੇ ਤਕਰੀਬਨ ਉਦੋਂ ਤੋਂ ਹੀ ਵੈਨਕੂਵਰ ਦੇ ਵਿੱਚ 2-3 ਸਾਲ ਬਾਅਦ ਕਾਫੀ ਲੋਕ ਨਵੇਂ ਆਏ ਅਤੇ ਉਦੋਂ ਬਹੁਤ ਸਾਰੀਆਂ ਸਰਗਰਮੀਆਂ ਸ਼ੁਰੂ ਹੋਈਆਂ। ਮੈਗਜ਼ੀਨ ਵੀ ਸ਼ੁਰੂ ਹੋਏ। ਵਤਨੋਂ ਦੂਰ ਨਾਂ ਦਾ ਮੈਗਜ਼ੀਨ 1973 ਸ਼ੁਰੂ ਹੋਇਆ। ਵੈਨਕੂਵਰ ਦੇ ਵਿੱਚ ਸਾਹਿਤ ਸਭਾ ਬਣੀ 1973 ਦੇ ਵਿੱਚ। ਮੈਂ ਉਹਦਾ ਹਿੱਸਾ ਸੀਗਾ, ਮਤਲਬ ਪਹਿਲੇ ਜਿਹੜੇ ਲੋਕ ਆ ਉਹਨਾਂ ਦੇ ਨਾਲ। ਸੋ ਉਦੋਂ ਤੋਂ ਹੀ ਮੇਰਾ ਜਿਹੜਾ ਸੰਬੰਧ ਰਿਹਾ ਹੈਗਾ ਆ ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਦੀਆਂ ਸਰਗਰਮੀਆਂ ਜਿਹੜੀਆਂ ਖਾਸ ਤੌਰ 'ਤੇ ਵੈਨਕੂਵਰ ਦੇ ਇਲਾਕੇ ਦੇ ਵਿੱਚ ਜਿੰਨੀਆਂ ਉਦੋਂ ਤੋਂ ਲੈ ਕੇ ਹੁਣ ਤੱਕ ਹੁੰਦੀਆਂ ਰਹੀਆਂ, ਉਹਨਾਂ ਦੇ ਨਾਲ ਮੈਂ ਜੁੜਿਆ ਰਿਹਾ। ਮੈਗਜ਼ੀਨ ਜਿਹੜਾ ਪਹਿਲਾਂ ਵਤਨੋਂ ਦੂਰ, ਉਹਦਾ ਸੁਰਿੰਦਰ ਧੰਜਰ ਹੋਣਾ ਨੇ ਸ਼ੁਰੂ ਕੀਤਾ ਸੀ ਉਹ 73 'ਚ, ਅਤੇ ਬਾਅਦ ਦੇ ਵਿੱਚ 76 'ਚ ਮੈਂ ਉਹਦਾ ਸੰਪਾਦਕ ਬਣਿਆ ਅਤੇ ਕੁਝ ਸਾਲ ਮੈਂ ਉਹਦੇ 'ਤੇ ਕੰਮ ਕੀਤਾ। ਬਾਅਦ ਦੇ ਵਿੱਚ ਫਿਰ ਅਸੀਂ ਉਹਨੂੰ ਥੋੜ੍ਹੀ ਦੇਰ ਲਈ ਬੰਦ ਹੋ ਗਿਆ ਸੀ ਉਹ। 99 ਦੇ ਵਿੱਚ ਅਸੀਂ ਦੁਬਾਰਾ ਉਹਨੂੰ ਸ਼ੁਰੂ ਕੀਤਾ ਵਤਨ ਨਾਂ ਥੱਲੇ। ਉਦੋਂ ਤੱਕ ਅਸੀਂ ਇਸ ਇੱਕ ਵਿਕਾਸ ਜਿਹੜਾ ਉਹ ਕਰ ਲਿਆ ਸੀ, ਜਾਂ ਇਹ ਇੱਕ ਪੜਾਅ ਪਾਰ ਕਰ ਲਿਆ ਸੀ ਕਿ ਵਤਨੋਂ ਦੂਰ ਮਤਲਬ ਕਹਿਣਾ ਇਹ ਸ਼ਾਇਦ ਸਾਡੇ ਲਈ ਇੰਨੀ ਕੋਈ ਸਿਹਤਮੰਦ ਗੱਲ ਨਹੀਂ ਹੈ। ਹੁਣ ਇਹ ਵਤਨ ਆ ਸਾਡਾ। ਸੋ ਅਸੀਂ ਉਹ ਇੱਕ ਜਿਹੜਾ ਸਟੈਪ ਲੈ ਲਿਆ ਸੀ। ਅਤੇ ਜਿਹੜਾ ਸਾਡਾ ਪਹਿਲਾ ਉਦੋਂ ਇਸ਼ੂ ਸੀ ਉਹ ਸੀਗਾ ਕਾਮਾਗਾਟਾ ਮਾਰੂ ਦੀ 75ਵੀਂ ਵਰ੍ਹੀ ਦੇ ਉੱਤੇ ਅਸੀਂ ਬਹੁਤ ਸਾਰਾ ਨਵਾਂ ਜਿਹੜਾ ਮੈਟਰ ਆਰਕਾਈਵ 'ਚੋਂ ਲੱਭ ਕੇ, ਵੈਨਕੂਵਰ ਦੀ ਆਰਕਾਈਵ ਵਿਕਟੋਰੀਆ ਤੋਂ, ਉਹਦੇ ਵਿੱਚ ਲਿਆ ਕੇ ਬਹੁਤ ਸਾਰੀਆਂ ਨਵੀਆਂ ਤਸਵੀਰਾਂ ਜਿਹੜੀਆਂ ਉਸ ਘਟਨਾ ਬਾਰੇ ਅਸੀਂ ਸ਼ੇਅਰ ਕੀਤੀਆਂ ਅਤੇ ਬਹੁਤ ਸਾਰਾ ਨਵਾਂ ਮੈਟਰ ਜਿਹੜਾ ਅਸੀਂ ਉਹ ਅੰਗਰੇਜ਼ੀ 'ਚੋਂ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਦਿੱਤਾ। ਸੋ ਇਸ ਕਿਸਮ ਦੀਆਂ ਸਰਗਰਮੀਆਂ ਜਿਹੜੀਆਂ ਰਹੀਆਂ। ਮੈਂ ਕੰਮ ਕਰਨ ਦੇ ਨਾਲ ਨਾਲ ਪੜ੍ਹਦਾ ਵੀ ਰਿਹਾ। ਪਹਿਲਾਂ ਮੈਂ ਪੰਜਾਬ ਤੋਂ ਨਹੀਂ ਸੀ ਕੋਈ ਮਤਲਬ ਖਾਸ ਪੜ੍ਹਾਈ ਲੈ ਕੇ ਆਇਆ, ਹਾਇਰ ਸੈਕੰਡਰੀ 'ਚੋਂ ਫੇਲ ਹੋ ਕੇ ਆਇਆ ਸੀ। ਅਤੇ ਇੱਧਰ ਫਿਰ ਮੈਂ ਗ੍ਰੇਡ 8 ਤੋਂ ਲੈ ਕੇ ਕੰਮ ਕਰਦੇ ਨੇ ਮਾਸਟਰਸ ਕੀਤੀ। ਅਤੇ ਮਾਸਟਰਸ ਮੈਂ ਕੀਤੀ ਸੀਗੀ 1986 ਦੇ ਵਿੱਚ, ਅਤੇ 1987 ਦੇ ਵਿੱਚ 87-88 ਦੇ ਵਿੱਚ UBC ਦੇ ਵਿੱਚ, ਉੱਥੇ ਵੈਨਕੂਵਰ ਜਿਹੜੀ ਵੱਡੀ ਯੂਨੀਵਰਸਿਟੀ ਆ, ਉਹਦੇ ਵਿੱਚ ਪੰਜਾਬੀ ਜਿਹੜੀ ਆ ਉਹਦੀ ਪੜ੍ਹਾਈ ਸ਼ੁਰੂ ਹੋਈ ਸੀਗੀ। ਅਤੇ ਡਾਕਟਰ ਓਬਰਾਏ ਜਿਹੜੇ ਉਹਦੇ ਚੇਅਰ 'ਤੇ ਸੀਗੇ, ਚੇਅਰ ਇਸਟੈਬਲਿਸ਼ ਕੀਤੀ ਸੀ ਆਪਣੇ ਭਾਈਚਾਰੇ ਨੇ। ਉਹਨਾਂ ਨੂੰ ਪੰਜਾਬੀ ਦੇ ਨਾਲ ਵਿੱਚ ਮਦਦ ਦੀ ਲੋੜ ਸੀ ਅਤੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਅਤੇ ਮੈਂ ਉਦੋਂ ਕਿ ਅਜੇ ਆਪਣੀ ਮਾਸਟਰ ਫਿਨਿਸ਼ ਕੀਤੀ ਸੀ ਅਤੇ ਮੈਂ ਉਹਨਾਂ ਦੇ ਨਾਲ ਪੰਜਾਬੀ ਪੜ੍ਹਾਉਣ ਲੱਗ ਪਿਆ, ਕਿਉਂਕਿ ਮੇਰਾ ਆਪਣੀ ਦਿਲਚਸਪੀ ਇਸ ਗੱਲ ਦੇ ਵਿੱਚ ਸੀਗੀ। ਅਤੇ ਸੋ ਉਹ ਮੈਂ ਉਹਨਾਂ ਦੇ ਨਾਲ ਉੱਥੇ ਮੈਂ ਜਿਹੜੀ ਪੰਜਾਬੀ ਪੜ੍ਹਾਉਣ ਦਾ ਕੰਮ ਫਿਰ ਮੈਂ ਕਰਦਾ ਰਿਹਾ। 1988 ਤੋਂ ਲੈ ਕੇ 2008 ਤੱਕ ਮੈਂ ਉੱਥੇ 20 ਸਾਲ UBC ਦੇ ਵਿੱਚ ਪੰਜਾਬੀ ਪੜ੍ਹਾਈ। ਉਹਦੇ ਨਾਲ ਇਸੇ ਸਾਰੇ ਸਮੇਂ ਦੌਰਾਨ ਉੱਥੇ ਮੈਂ ਪੜ੍ਹਾਉਂਦਾ ਸੀ, ਪਰ ਨਾਲ ਹੀ ਮਤਲਬ ਜਿਹੜੀ ਪੰਜਾਬੀ ਬੋਲੀ ਦੇ ਲਈ ਮਤਲਬ ਇਸ ਕਿਸਮ ਦੀਆਂ ਸਰਗਰਮੀਆਂ ਉੱਥੇ ਅਸੀਂ ਵੈਨਕੂਵਰ ਵਿੱਚ ਕਰਦੇ ਰਹੇ ਕਿ ਉਹਨੂੰ ਜਿਹੜਾ ਵੱਖਰਾ ਮਤਲਬ ਸਥਾਨ ਮਿਲੇ। ਉੱਥੋਂ ਦੇ ਸਾਡੀ ਜਿਹੜੀ BC ਦੀ ਸਰਕਾਰ ਸੀਗੀ, ਉਹਨਾਂ ਨੇ 1992 ਦੇ ਵਿੱਚ 92-93 ਦੇ ਵਿੱਚ ਜਿਹੜੀ ਪ੍ਰੋਗਰੈਸਿਵ ਸਰਕਾਰ NDP ਦੀ ਬਣੀ, ਉੱਥੇ ਉਹਨਾਂ ਨੇ ਆਪਣੀ ਜਿਹੜੀ ਐਜੂਕੇਸ਼ਨ ਮਿਨਿਸਟਰੀ ਦੇ ਵਿੱਚ ਭਾਸ਼ਾ ਦੀ ਨੀਤੀ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ। ਤਾਂ ਉਸ ਤਬਦੀਲੀਆਂ ਦੇ ਵਿੱਚ ਪੰਜਾਬੀ ਵੀ ਉਹਨਾਂ ਨੇ ਮੰਨ ਲਈ ਕਿ ਦੂਜੀ ਭਾਸ਼ਾ ਦੇ ਤੌਰ 'ਤੇ ਸਕੂਲਾਂ 'ਚ ਪੜ੍ਹਾਈ ਜਾ ਸਕਦੀ ਹੈ। ਇਹ ਉੱਜਲ ਦਸਾਂਝ ਵੇਲੇ ਦੀ ਗੱਲ ਹੈ? ਨਹੀਂ, ਇਹ ਉੱਜਲ ਦਸਾਂਝ ਵੇਲੇ ਦੀ ਨਹੀਂ, ਉਸ ਤੋਂ ਪਹਿਲਾਂ ਦੀ ਗੱਲ ਆ। ਮੋਹ ਸੋਹਤਾ ਸਾਡੇ ਉੱਥੇ MLA, ਪਹਿਲੇ ਕੈਨੇਡਾ ਦੇ ਵਿੱਚ MLA ਬਣਨ ਵਾਲੇ ਸਾਡੇ ਭਾਈਚਾਰੇ 'ਚੋਂ ਮੋਹ ਸੋਹਤਾ ਸੀਗੇ। ਉਹਨਾਂ ਨੇ ਉਸ ਵੇਲੇ ਮਿਨਿਸਟਰ ਸੀ, ਉਹਨਾਂ ਨੇ ਜਿਹੜਾ ਇਹ ਕੰਮ ਕੀਤਾ ਸੀਗਾ 1993 ਦੇ ਵਿੱਚ। ਸੋ 1994 ਦੇ ਵਿੱਚ ਉਹਨਾਂ ਨੇ ਇਹ ਪਾਲਿਸੀ ਜਿਹੜੀ ਉਹ ਲਾਗੂ ਕਰ ਦਿੱਤੀ ਸੀਗੀ। ਅਤੇ ਫਿਰ ਉਹਨੂੰ ਅਸੀਂ ਮਤਲਬ ਉਹਨੂੰ ਐਕਚੁਅਲੀ ਕਿਉਂਕਿ
ਉਹਨਾਂ ਨੇ ਸਾਨੂੰ ਇਹ ਤਾਂ ਕਹਿ ਦਿੱਤਾ ਵੀ ਤੁਸੀਂ ਪੜ੍ਹਾ ਸਕਦੇ ਆ, ਜਿਵੇਂ ਫਤਿਹਕਲਾ ਤੁਹਾਨੂੰ ਕਹਿੰਦੇ ਵੀ ਤੁਸੀਂ ਇਸ ਗਰਾਊਂਡ 'ਚ ਖੇਲ ਸਕਦੇ ਆ, ਪਰ ਅਸੀਂ ਇਸ ਹਾਲਤ 'ਚ ਨਾ ਸਾਡੇ ਕੋਲ ਉਸ ਕਿਸਮ ਦੀ ਟੀਮ ਸੀ, ਨਾ ਉਸ ਕਿਸਮ ਦਾ ਇਕਵਿਪਮੈਂਟ ਤੇ ਨਾ ਜਾਂਚ। ਸੋ ਸਭ ਕੁਝ ਜਿਹੜਾ ਉਹ ਮਤਲਬ ਕਰਨ ਦੀ ਲੋੜ ਸੀਗੀ। ਤੇ ਅਸੀਂ ਸਾਡੀ ਉੱਥੇ ਮਤਲਬ ਜਥੇਬੰਦੀ ਸੀ ਪੰਜਾਬੀ ਲੈਂਗੁਏਜ ਐਜੂਕੇਸ਼ਨ ਐਸੋਸੀਏਸ਼ਨ, ਬਲਵੰਤ ਸਿੰਘ ਸੰਘੇੜਾ ਉਹਦੇ ਪ੍ਰਧਾਨ ਸੀਗੇ। ਤੇ ਅਸੀਂ ਤਕਰੀਬਨ 93-94 ਤੋਂ ਲੈ ਕੇ ਹੁਣ ਤੱਕ ਉਸ ਜਥੇਬੰਦੀ ਦੇ ਰਾਹੀਂ ਜਿਹੜੀ ਪੰਜਾਬੀ ਭਾਸ਼ਾ ਦੇ ਬਾਰੇ ਜਿਹੜੀ ਕਰਦੇ ਰਹੇ ਹੈਗੇ ਆ। ਸੋ ਇਹ ਵੀ ਚੱਲਦਾ ਰਿਹਾ, ਨਾਲ ਨਾਲ ਮੇਰਾ ਜਿਹੜਾ ਸਾਹਿਤਕ ਸਫ਼ਰ ਆ ਉਹ ਵੀ ਚੱਲਦਾ ਰਿਹਾ ਪੰਜਾਬੀ ਬੋਲੀ ਦੇ ਨਾਲ। ਮੈਂ ਮਤਲਬ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਵਤਨ ਦਾ ਮੈਂ ਪਹਿਲਾਂ ਵਤਨੋਂ ਦੂਰ ਦਾ ਸੰਪਾਦਕ ਸੀ, ਫਿਰ ਵਤਨ ਦਾ ਸਹਿ ਸੰਪਾਦਕ ਸੁਖਵੰਤ ਹੁੰਦਲ ਮੇਰੇ ਨਾਲ ਸੀਗੇ, ਉਹ ਤਕਰੀਬਨ 78 ਤੋਂ ਆ ਗਿਆ ਸੀਗੇ। ਤੇ ਅਸੀਂ ਦੋਨਾਂ ਨੇ ਰਲ ਕੇ ਜਿਹੜਾ ਉਹ ਮੈਗਜ਼ੀਨ ਦਾ ਵੀ ਕੰਮ ਕੀਤਾ। ਤੇ 1983 ਦੇ ਵਿੱਚ ਅਸੀਂ ਇੱਕ ਜਥੇਬੰਦੀ ਬਣਾਈ ਵੈਨਕੂਵਰ 7, ਉਹਦੇ ਰਾਹੀਂ ਅਸੀਂ ਤਕਰੀਬਨ 13-14 ਸਾਲ ਸਾਡੇ ਜਿਹੜੇ ਉੱਥੋਂ ਦੇ ਲੋਕਲ ਸਥਾਨਕ ਸਮੱਸਿਆਵਾਂ ਸੀਗੀਆਂ, ਮਸਲੇ ਸੀਗੇ, ਉਹਨਾਂ ਦੇ ਉੱਤੇ ਅਸੀਂ ਥੀਏਟਰ ਕੀਤਾ ਹੈ ਨਾ। 1983 'ਚ ਪਹਿਲੀ ਵਾਰੀ ਗੁਰਸ਼ਰਨ ਸਿੰਘ ਭਾਜੀ ਇੱਥੇ ਆਏ ਸੀਗੇ, ਉਹਨਾਂ ਦੇ ਨਾਲ ਅਸੀਂ ਵਿਚਾਰ ਵਟਾਂਦਰਾ ਕਰਕੇ, ਕਿਉਂਕਿ ਸਾਡੇ ਕੋਲ ਕਿਸੇ ਕੋਲ ਵੀ ਕੋਈ ਤਜਰਬਾ ਨਹੀਂ ਸੀਗਾ ਥੀਏਟਰ ਦਾ ਹੈ ਨਾ, ਮੰਚ ਦਾ। ਤੇ ਉਹਨਾਂ ਨੇ ਸਾਨੂੰ ਥੋੜ੍ਹਾ ਜਿਹਾ ਇਨਕਰੇਜ ਕੀਤਾ ਕਿ ਤੁਸੀਂ ਮਤਲਬ ਜੇ ਤੁਹਾਡੇ ਕੋਲ ਇੱਥੇ ਮਸਲਿਆਂ ਦੀ ਤੁਹਾਨੂੰ ਸਮਝ ਹੈਗੀ ਆ, ਬੋਲੀ ਤੁਹਾਡੇ ਕੋਲ ਹੈਗੀ ਆ, ਤੇ ਤੁਸੀਂ ਮਤਲਬ ਕੋਈ ਨਵਾਂ ਫਿਕਰ ਨਾ। ਹਾਂ, ਸੋ ਅਸੀਂ ਮਤਲਬ ਕਰਨਾ ਸ਼ੁਰੂ ਕਰ ਦਿੱਤਾ 83 ਤੋਂ। ਤੇ ਉਦੋਂ ਤੋਂ ਲੈ ਕੇ ਅਸੀਂ 95 ਤੱਕ ਕੋਈ 14-15 ਮੌਲਿਕ ਜਿਹੜੇ ਨਾਟਕ ਲਿਖ ਕੇ, ਬਹੁਤੇ ਮੈਂ ਤੇ ਸੁਖਵੰਤ ਨੇ ਸਾਂਝੇ ਲਿਖੇ। ਬਾਅਦ ਦੇ ਵਿੱਚ ਪਿਕਟ ਲਾਈਨ ਦੇ ਨਾਂ ਥੱਲੇ ਛਪੇ। ਤੇ ਬਾਅਦ ਫਿਰ ਉਹ SP ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਉਹਨੂੰ ਦੁਬਾਰਾ ਐਡਿਟ ਕਰਕੇ ਲੱਤਾਂ ਦੇ ਭੂਤ ਦੇ ਨਾਂ ਥੱਲੇ ਉਹ ਛਪਾਏ। ਸੋ ਜਿਹੜੀ ਇੱਕ ਉਹ ਵੀ ਸਾਡੀ ਮਤਲਬ ਚੱਲਦੀ ਰਹੀ ਥੀਏਟਰ ਦੀ ਵੀ। ਉਹਦੇ ਨਾਲ ਜਿਹੜੀ ਮਤਲਬ ਜਿਹੜੇ ਵੀ ਫਰਕਲਾ ਕੋਈ ਵੈਨਕੂਵਰ ਸਰਗਰਮੀਆਂ ਹੁੰਦੀਆਂ ਸੀਗੀਆਂ, ਉਹ ਜੇ ਕੋਈ ਦੇਸੋਂ ਕਿਸੇ ਕਿਸਮ ਦਾ ਸਾਹਿਤ ਨਾਲ ਜੁੜੀ ਪਰਸਨੈਲਿਟੀ ਆਉਂਦੀ ਹੈ ਜਾਂ ਕੋਈ ਵਿਅਕਤੀ ਆਉਂਦਾ, ਸੋ ਇਹ ਸਾਰਾ ਜਿਹੜਾ ਇਹ ਪ੍ਰੋਸੈਸ ਚੱਲਦਾ ਰਿਹਾ। ਮਤਲਬ ਕਾਫਲਾ ਇਸ ਤਰੀਕੇ ਨਾਲ ਅੱਗੇ ਵੱਧਦਾ ਗਿਆ। ਹੁਣ ਤੁਹਾਡੇ ਉਹ ਗੱਲਾਂ ਕਰੀਏ ਜਿਹੜੀਆਂ ਤੁਸੀਂ ਸਾਹਿਤਕ ਮੰਚ ਤੋਂ ਤੁਸੀਂ ਆਪਣੀਆਂ ਸਰਗਰਮੀਆਂ ਕਿੱਥੋਂ ਸ਼ੁਰੂ ਕੀਤੀਆਂ ਮੈਗਜ਼ੀਨ ਤੋਂ ਇਲਾਵਾ? ਵਤਨੋਂ ਦੂਰ ਤੇ ਵਤਨ ਤੋਂ ਅਗਲਾ ਪੜਾਅ ਕਿ ਤੁਸੀਂ ਕਹਾਣੀਆਂ ਲਿਖੀਆਂ, ਨਾਟਕ ਲਿਖੇ, ਕਵਿਤਾ ਲਿਖੀ, ਨਾਵਲ ਲਿਖਿਆ। ਹਾਂ ਬਿਲਕੁਲ। ਮੈਂ ਸਾਹਿਤ ਦੇ ਨਾਲ ਮੇਰਾ ਜਿਹੜਾ ਨਾਤਾ ਹੈ ਉਹ ਤਕਰੀਬਨ ਮੈਂ ਜਦੋਂ ਚੌਥੀ ਪੰਜਵੀਂ 'ਚ ਪੜ੍ਹਦਾ ਸੀ ਪਿੰਡ, ਉਦੋਂ ਤੋਂ ਹੀ ਜੁੜ ਗਿਆ ਸੀਗਾ। ਸਾਡੇ ਪਿੰਡ ਇੱਕ ਅਧਿਆਪਕ ਸੀ, ਉਹ ਪ੍ਰੀਤਲੜੀ ਮੰਗਾ ਕੇ ਪੜ੍ਹਦਾ ਹੁੰਦਾ ਸੀ। ਮੈਂ ਉਹ ਪ੍ਰੀਤਲੜੀ ਦੇਖਣੀ ਸ਼ੁਰੂ ਕਰ ਦਿੱਤੀ ਬਹੁਤ ਛੋਟੀ ਉਮਰ ਦੇ ਵਿੱਚ। ਤੇ ਹਾਈ ਸਕੂਲ ਦੇ ਵਿੱਚ ਪੜ੍ਹਦਿਆਂ ਮੈਂ ਤਕਰੀਬਨ ਪੰਜਾਬੀ ਦੇ ਜਿੰਨੇ ਵੀ ਮੇਰੇ ਹੱਥ ਲੱਗੇ ਨਾਵਲ ਪੜ੍ਹ ਚੁੱਕਾ ਸੀ। 60s ਦੇ ਦਹਾਕੇ ਦੀ ਗੱਲ ਆ। ਉਸ ਵੇਲੇ ਬਹੁਤ ਸਾਰਾ ਜਿਹੜਾ ਰੂਸੀ ਸਾਹਿਤ ਉਹ ਅਨੁਵਾਦ ਹੋਇਆ, ਤੇ ਉਹ ਵੀ ਮੈਂ ਤਕਰੀਬਨ ਸਾਰਾ ਪੜ੍ਹਿਆ ਇੱਧਰੋਂ ਆਉਣ ਤੋਂ ਪਹਿਲਾਂ। ਸੋ ਜਿਹੜੀ ਸਾਹਿਤ ਦੇ ਨਾਲ ਮਤਲਬ ਉਸ ਕਿਸਮ ਦੀ ਮੇਰੀ ਨੇੜਤਾ ਸੀਗੀ, ਦਰਅਸਲ ਉਹ ਜ਼ਿਆਦਾ ਸੀਗੀ, ਉਹਦੇ ਕਰਕੇ ਮੈਂ ਫੇਲ ਵੀ ਹੋਇਆ ਆਪਣੀ ਸਕੂਲ ਦੇ ਵਿੱਚ। ਹਾਂ, ਉਹ ਨਹੀਂ ਹੋਈ। ਤੇ ਸੋ ਇੱਧਰ ਆ ਕੇ ਪਰ ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਸੀ ਪਹਿਲਾਂ 1-2 ਵਾਰੀ ਕਹਾਣੀਆਂ ਦੀ, ਪਰ ਮੇਰੇ ਕੋਲੋਂ ਕੋਈ ਇੱਦਾਂ ਦੀ ਗੱਲਬਾਤ ਨਹੀਂ ਬਣੀ। ਇੱਧਰ ਆ ਕੇ ਫਿਰ ਮੈਂ ਮਿਲ 'ਚ ਕੰਮ ਕਰਦਾ ਸੀ ਪਹਿਲਾਂ। ਪਹਿਲਾਂ ਫਾਰਮਾਂ 'ਚ ਵੀ ਕੀਤਾ। ਤੇ ਫਿਰ ਮਿਲ ਸਾਡੇ ਵੈਨਕੂਵਰ ਉੱਥੇ ਨਾਲ ਨਾਰਥ ਵੈਨਕੂਵਰ ਦਾ ਜਿਹੜਾ ਇਲਾਕਾ ਹੈ ਸਮੁੰਦਰ ਤੋਂ ਦੂਜੇ ਪਾਸੇ, ਉੱਥੇ ਇੱਕ ਮੈਂ ਮਿਲ 'ਚ ਕੰਮ ਕਰਦਾ ਹੁੰਦਾ ਸੀ। ਤੇ ਉੱਥੇ ਕੰਮ ਕਰਦੇ ਨੇ ਮੈਂ ਹਿੰਦੀ ਦੇ ਉਹ ਮਤਲਬ ਮਿਲ 'ਚ ਰਾਤ ਨੂੰ ਰੌਲਾ ਹੁੰਦਾ ਸੀ, ਤੇ ਮੈਂ ਇਕੱਲੇ ਨੇ ਉੱਥੇ ਕਲੀਨ ਅਪ ਦਾ ਕੰਮ ਕਰਨਾ। ਤੇ ਉਹ ਕਰਦੇ ਨੇ ਮੈਂ ਆਪਣੇ ਇਕੱਲੇ ਨੇ ਹਿੰਦੀ ਦੇ ਗਾਣੇ ਗਾਉਂਦਾ ਮੈਂ ਕਵਿਤਾ ਗਾਉਣ ਲੱਗ ਪਿਆ। ਉਹਦੇ 'ਚੋਂ ਕੁਛ ਕਵਿਤਾ ਨਿਕਲਿਆ ਜਿੱਦਾਂ ਨਾ। ਸੋ ਮੇਰਾ ਮਤਲਬ ਜਿਹੜਾ ਮਨ ਤਾਂ ਇਹ ਸੀਗਾ, ਕਿਉਂਕਿ ਮੈਂ ਕਵਿਤਾ ਬਾਹਲੀ ਪੜ੍ਹਦਾ ਨਹੀਂ ਸੀ, ਫਿਕਸ਼ਨ ਪੜ੍ਹਦਾ ਸੀ, ਤੇ ਮੇਰੇ ਮਨ ਦੇ ਵਿੱਚ ਕਹਾਣੀਆਂ ਲਿਖਣ ਦਾ ਜਿਹੜਾ ਸੀਗਾ ਖਾਸ। ਪਰ ਗੱਲ ਜਿਵੇਂ ਬਹੁਤੀ ਵਾਰੀ ਹੋਰ ਲੋਕਾਂ ਨਾਲ ਹੋਈ, ਗੱਲ ਮੇਰੀ ਕਵਿਤਾ ਨਾਲ ਹੀ ਸ਼ੁਰੂ ਹੋਈ। ਸੋ ਮੈਂ ਮਤਲਬ ਉਦੋਂ ਕਵਿਤਾਵਾਂ ਕੁਛ ਲਿਖੀਆਂ, ਤੇ 1976 ਦੇ ਵਿੱਚ ਮੇਰੀ ਪਹਿਲੀ ਕਵਿਤਾ ਦੀ ਕਿਤਾਬ ਛਪੀ, ਜਿਹੜੀ ਸੋਨੇ ਰੰਗੀ ਸੜਕ, ਉਹਦਾ ਮੈਂ ਨਾਂ ਰੱਖਿਆ। ਸੋ ਉਹਦੇ ਨਾਲ ਮਤਲਬ ਜਿਹੜਾ ਉਹ ਪ੍ਰੋਸੈਸ ਚੱਲਦਾ ਰਿਹਾ। ਮੈਂ ਫਿਰ ਕਹਾਣੀਆਂ ਵੀ ਮਤਲਬ ਜਦੋਂ ਮੈਂ ਮੈਗਜ਼ੀਨ ਕੱਢਦਾ ਸੀ ਉਹਦੇ ਵਿੱਚ ਕਹਾਣੀਆਂ ਵੀ ਛਪਦੀਆਂ, ਹੋਰਨਾਂ ਮੈਗਜ਼ੀਨਾਂ ਦੇ ਵੀ ਛਪੀਆਂ ਮਤਲਬ ਪੰਜਾਬ ਦੇ ਵਿੱਚ ਵੀ। ਤੇ ਆਪਣੇ ਸਮਤਾ ਗੁਰਸ਼ਰਨ ਸਿੰਘ ਕੱਢਦੇ ਉਹਦੇ 'ਚ ਵੀ ਕੁਛ ਛਪੀਆਂ। ਸੋ ਬਾਅਦ ਦੇ ਵਿੱਚ ਸਿਰਜਣਾ ਵਗੈਰਾ ਛਪਦੀਆਂ ਰਹੀਆਂ, ਤੇ ਇੱਧਰ ਵੀ ਮਤਲਬ। ਸੋ ਜਿਹੜਾ ਉਹ ਮਤਲਬ ਇਹ ਪ੍ਰੋਸੈਸ ਚੱਲਦਾ ਰਿਹਾ। ਸੋ ਹੌਲੀ ਹੌਲੀ ਜਿਹੜੀ ਮੈਂ ਤੁਹਾਨੂੰ ਦੱਸਿਆ ਨਾਟਕ ਦੀ ਗੱਲ, ਉਹਦੇ ਕਰਕੇ ਅਸੀਂ ਨਾਟਕ ਵੀ ਲਿਖੇ। ਤੇ ਉਸ ਪ੍ਰੋਸੈਸ ਦੇ ਵਿੱਚ ਮੇਰੇ 4 ਕਾਵਿ ਸੰਗ੍ਰਹਿ ਛਪੇ ਹੁਣ ਤੱਕ, ਤੇ 2 ਕਹਾਣੀ ਸੰਗ੍ਰਹਿ ਜਿਹੜੇ ਇੱਕ ਉਹਨਾਂ ਦੇ ਵਿੱਚੋਂ
ਬਾਈਲਿੰਗੁਅਲ ਜਿਹੜਾ ਪੋਇਟਰੀ ਦੀ ਹੈਗੀ ਆ ਕਲੈਕਸ਼ਨ, ਜਿਹਦੇ 'ਚ ਇੱਕ ਪਾਸੇ ਪੰਜਾਬੀ ਆ ਨਾਲ ਅੰਗਰੇਜ਼ੀ ਆ, ਅਤੇ ਇੱਦਾਂ ਹੀ ਮੈਂ ਆਪਣੀਆਂ ਕਹਾਣੀਆਂ ਆਪ ਹੀ ਅਨੁਵਾਦ ਕਰਕੇ ਅੰਗਰੇਜ਼ੀ ਦੇ ਵਿੱਚ ਵੀ ਛਪਾਈਆਂ, ਜਿਹੜੀਆਂ 2014 ਦੇ ਵਿੱਚ ਉਹ ਕਿਤਾਬ ਛਪੀ ਸੀਗੀ। ਮਤਲਬ ਉਹਦਾ ਨਾਮ ਮੈਂ ਰੱਖਿਆ, ਇੱਕ ਮੇਰੀ ਕਹਾਣੀ ਦਾ ਨਾਂ ਸੀ ਫੌਜੀ ਬੰਤਾ ਸਿੰਘ, ਸੋ ਫੌਜੀ ਬੰਤਾ ਸਿੰਘ ਉਹਦਾ ਅੰਗਰੇਜ਼ੀ ਦੇ ਵਿੱਚ ਨਾਂ ਆ। ਸੋ ਜਿਹੜੀ ਨਾਵਲ ਵੀ ਲਿਖਿਆ 2002 ਦੇ ਵਿੱਚ ਉਹ ਛਪਿਆ ਸੀਗਾ ਜੁਗਤੂ। ਅਤੇ ਇਸੇ ਤਰ੍ਹਾਂ ਫਿਰ ਮੈਂ ਅਤੇ ਸੁਖਵੰਤ ਹੁੰਦਲ, ਕਿਉਂਕਿ ਅਸੀਂ ਇਕੱਠੇ ਕੰਮ ਕਰਦੇ ਸੀਗੇ, ਨਾਟਕ ਵੀ ਇਕੱਠੇ ਨੇ ਲਿਖੇ। ਫਿਰ ਅਸੀਂ 1999 ਦੇ ਦੁਆਲੇ 1998 'ਚ ਅਸੀਂ ਕੈਨੇਡਾ ਦੇ ਇਤਿਹਾਸ ਬਾਰੇ ਇੱਕ ਕਿਤਾਬ ਲਿਖੀ, ਸੰਘਰਸ਼ ਦੇ 100 ਵਰ੍ਹੇ, ਹੈ ਨਾ। ਸੋ ਉਹਦੇ ਨਾਲ ਰਿਸਰਚ ਇੱਕ ਵੋਟ ਦੇ ਹੱਕ ਬਾਰੇ ਅਸੀਂ ਦੋਨਾਂ ਨੇ ਲਿਖੀ। ਇਸ ਕਿਸਮ ਦੇ ਕੁਛ ਅਨੁਵਾਦ ਵੀ ਅਸੀਂ ਅਨੁਵਾਦ ਵੀ ਕੀਤੇ, ਜਿਵੇਂ ਸਾਧੂ ਸਿੰਘ ਧਾਮੀ ਦਾ ਨਾਵਲ ਮਲੂਕਾ ਸੀ, ਉਹਨੇ ਅੰਗਰੇਜ਼ੀ 'ਚ ਲਿਖਿਆ ਸੀ, ਉਹ ਅਸੀਂ 87 ਦੇ ਵਿੱਚ ਅਨੁਵਾਦ ਕਰਕੇ ਛਾਪਿਆ। ਸੋ ਇਸ ਕਿਸਮ ਦੀਆਂ ਵੱਖਰੀਆਂ ਸਰਗਰਮੀਆਂ ਜਿਹੜੀਆਂ ਉਹ ਮੇਰੀਆਂ ਸਾਹਿਤ ਦੀਆਂ ਚੱਲਦੀਆਂ ਰਹੀਆਂ ਉਦੋਂ ਤੋਂ ਲੈ ਕੇ। ਤੁਹਾਡੇ ਇੱਕ ਪ੍ਰਸ਼ੰਸਕ ਅਤੇ ਤੁਹਾਡੀਆਂ ਸਾਹਿਤਕ ਕਿਰਤਾਂ ਦੇ ਆਲੋਚਕ ਡਾਕਟਰ ਸੁਰਜੀਤ ਬਰਾੜ ਘੋਲੀਆਂ ਵਾਲੇ, ਅੱਜ ਹੀ ਮੇਰੀ ਸਵੇਰੇ ਉਹਨਾਂ ਨਾਲ ਗੱਲ ਹੋ ਰਹੀ ਸੀਗੀ, ਅਤੇ ਉਹਨਾਂ ਨੇ ਮੈਨੂੰ ਦੱਸਿਆ ਤੁਹਾਡੇ ਨਾਵਲ ਬਾਰੇ, ਜੁਗਤੂ ਬਾਰੇ, ਠੀਕ ਹੈ ਜੀ। ਅਤੇ ਉਹਨਾਂ ਨੇ ਇੱਕ ਲੰਬਾ ਆਰਟੀਕਲ ਵੀ ਕ੍ਰਿਟਿਕ ਯਾਨੀ ਆਲੋਚਨਾ ਵਾਲਾ ਜਿਹੜਾ ਸੀ ਆਰਟੀਕਲ, ਉਹ ਲਿਖਿਆ, ਛਪਿਆ, ਸ਼ਾਇਦ ਪੰਜਾਬੀ ਟ੍ਰਿਬਿਊਨ 'ਚ ਛਪਿਆ। ਅਤੇ ਉਹ ਦੱਸ ਰਹੇ ਸੀਗੇ ਕਿ ਅੱਜ ਤੁਸੀਂ ਇੱਕ ਬਹੁਤ ਮਹਾਨ ਸ਼ਖਸੀਅਤ, ਪੰਜਾਬੀ ਦੇ ਸੱਚੇ ਸੁੱਚੇ ਸਪੂਤ ਨਾਲ ਗੱਲ ਕਰਨ ਜਾ ਰਹੇ। ਅਤੇ ਮੈਂ ਕਿਹਾ ਸੀ ਕਿ ਮੈਂ ਤੁਹਾਡਾ ਮੈਸੇਜ ਵੀ ਦਊਂਗਾ, ਤੁਹਾਨੂੰ ਸਤਿਕਾਰ ਵੀ ਦਿੰਦੇ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਅਤੇ ਇੱਕ ਜੁਗਤੂ ਬਾਰੇ ਮੈਂ ਥੋੜ੍ਹੀ ਗੱਲ ਕਰਨੀ ਚਾਹੁੰਦਾ। ਜੁਗਤੂ ਦੇ ਜਿਹੜਾ ਹੈਗਾ ਪਲਾਟ, ਇਹਦੇ ਬਾਰੇ ਜ਼ਰੂਰ ਮੈਂ ਚਾਹੂੰਗਾ ਤੁਸੀਂ ਗੱਲ ਕਰੋ। ਜ਼ਰੂਰ। ਜੁਗਤੂ ਦਰਅਸਲ ਕੁਛ ਲੋਕ ਉਹਨੂੰ ਨਾਵਲ ਨਹੀਂ ਮੰਨਦੇ, ਅਤੇ ਮੈਂ ਉਹਨਾਂ ਨਾਲ ਬੜਾ ਗੁੱਸੇ ਨਹੀਂ ਹੁੰਦਾ ਇਸ ਗੱਲੋਂ, ਕਿਉਂਕਿ ਉਹਨਾਂ ਦਾ ਪੁਆਇੰਟ ਵੀ ਹੈ ਉਹਦੇ 'ਚ। ਜੁਗਤੂ ਇਸ ਤਰ੍ਹਾਂ ਸ਼ੁਰੂ ਹੋਇਆ ਕਿ ਜਦੋਂ ਮਤਲਬ ਜਿਹੜੀ ਪੰਜਾਬ ਦੀ ਸਮੱਸਿਆ, ਜਾਂ ਆਪਾਂ ਖਾਲਿਸਤਾਨ ਦਾ ਜਿਹੜਾ ਮਸਲਾ ਕਹਿੰਦੇ ਹਾਂ, ਉਹ ਜਦੋਂ ਚੱਲ ਰਿਹਾ ਸੀਗਾ, ਅਤੇ ਮੇਰੇ ਮਨ ਦੇ ਵਿੱਚ ਉਸ ਮਸਲੇ ਬਾਰੇ ਕ੍ਰਿਟਿਸਿਜ਼ਮ ਕਰਨ ਦੀ ਮਨਸ਼ਾ ਸੀਗੀ। ਅਤੇ ਮੈਂ ਉਹਦੇ ਲਈ ਮਤਲਬ ਕਵਿਤਾ ਵਗੈਰਾ ਜਾਂ ਕੋਈ ਆਰਟੀਕਲ ਵਗੈਰਾ ਤਾਂ ਲਿਖੇ ਨੇ, ਅਤੇ ਮੇਰੇ ਮਨ ਦੇ ਵਿੱਚ ਨਾ ਕੋਈ ਵੱਖਰੇ ਤਰੀਕੇ ਨਾਲ ਸੀਗਾ। ਤਾਂ ਉਹ ਮੈਂ ਇੱਦਾਂ ਕਿਸੇ ਦੇ ਅਸੀਂ ਘਰ ਬੈਠੇ ਸੀਗੇ, ਜਿਵੇਂ ਆਪਾਂ ਘਰਾਂ 'ਚ ਬੈਠੀ ਦਾ, ਉੱਥੇ ਇੱਕ ਬੰਦੇ ਨੇ ਗੱਲ ਸੁਣਾਈ। ਇੱਕ ਉਹਨਾਂ ਦੇ ਕੋਲ ਪਿੰਡ ਦਾ ਰਿਟਾਇਰ ਹੋਇਆ ਪੁਲਿਸ ਸੁਪਰਡੈਂਟ ਸੀ ਕੋਈ, DSP, ਤਾਂ ਉਹਨੇ ਆ ਕੇ ਪਿੰਡ ਦੇ ਵਿੱਚ ਇੱਕ ਪਰਿਵਾਰ ਤੋਂ ਦੂਜੇ ਪਰਿਵਾਰ ਦਾ ਬਜ਼ੁਰਗ ਮਰ ਗਿਆ, ਅਤੇ ਉਹਨੇ ਉਹਨਾਂ ਦੂਜਿਆਂ ਨੂੰ ਜਿਨ੍ਹਾਂ ਕੋਲੋਂ ਮਰਿਆ, ਉਹਨਾਂ ਨੂੰ ਇਹ ਸਕੀਮ ਦੱਸੀ ਵੀ ਤੁਸੀਂ ਇੱਦਾਂ ਕਰੋ, ਉਹਨਾਂ ਦੀ ਬੁੜੀ ਮਾਰ ਦਿਓ, ਹੈ ਨਾ, ਵੀ ਫਿਰ ਮਤਲਬ ਜਿਹੜਾ ਤੁਹਾਡਾ ਮੁਕੱਦਮਾ ਉਹ ਬਰਾਬਰ ਜਿਹਾ ਹੋ ਜਾਏਗਾ ਦੋਨਾਂ ਦਾ ਹੀ। ਇੱਦਾਂ ਦੀ ਕੋਈ ਗੱਲ ਸੀਗੀ, ਯਾਨੀ ਉਹਨਾਂ ਨੇ ਇਹ ਸਕੀਮ ਦੱਸੀ ਵੀ ਤੁਸੀਂ ਇਸ ਮੁਕੱਦਮੇ ਤੋਂ ਬਚਣ ਲਈ ਆਹ ਕਰੋ, ਬਰਾਬਰ ਦਾ ਉੱਦਾਂ ਦਾ ਕੇਸ ਕਰ ਦਿਓ। ਉਹ ਮੈਨੂੰ ਬੜੀ ਇੰਟਰਸਟਿੰਗ ਗੱਲ ਲੱਗੀ, ਜਿਹਦਾ ਜੁਗਤ ਦੱਸੀ ਉਸ ਬੰਦੇ ਨੇ। ਉਹਦੇ ਤੋਂ ਜੁਗਤ ਦੀ ਜਿਹੜੀ ਸ਼ੁਰੂਆਤ ਉਸ ਕਹਾਣੀ ਜਿਹੜੇ ਬੰਦੇ ਨੇ ਦੱਸੀ, ਉਹਦੇ ਤੋਂ ਸ਼ੁਰੂ ਹੋਈ। ਅਤੇ ਮੈਂ ਫਿਰ ਉਸ ਸੰਬੰਧ ਦੇ ਵਿੱਚ ਇੱਕ ਲੇਖ ਵਰਗੀ ਗੱਲ ਲਿਖੀ ਵੀ ਜੁਗਤੂ ਜਿਹੜਾ ਆ ਉਹ ਇਹ ਨਵਾਂ ਜਿਹੜਾ ਇੱਕ ਪਿੰਡ ਬਣਾਉਣ ਵਾਲਿਆਂ ਨੂੰ ਸੁਝਾਅ ਦਿੰਦਾ ਹੈ, ਜੁਗਤਾਂ ਦੱਸਦਾ ਵੀ ਤੁਸੀਂ ਇਸ ਕਿਸਮ ਦੇ ਕੰਮ ਕਰੋ, ਫਿਰ ਤੁਸੀਂ ਪਿੰਡ ਬਣਾ ਸਕਦੇ ਹਾਂ। ਵਿਅੰਗ ਸੀ ਉਹ। ਅਤੇ ਦਰਸ਼ਨ ਸਿੰਘ ਗਿੱਲ ਸਾਡੇ ਹੁੰਦੇ ਸੀਗੇ ਕਵੀ, ਉਹ ਮੈਗਜ਼ੀਨ ਅਖਬਾਰ ਕੱਢਦੇ ਸੀ, ਦਰਪਣ, ਕੈਨੇਡਾ ਦਾ ਦਰਪਣ, ਉਹਦੇ ਵਿੱਚ ਉਹਨਾਂ ਨੇ ਛਾਪਿਆ ਉਹ, ਅਤੇ ਉਹਦੀ ਵਾਹਵਾ ਚਰਚਾ ਵੀ ਹੋਈ, ਧਿਆਨ ਵੀ ਖਿੱਚਿਆ ਲੋਕਾਂ ਦਾ ਉਹਨਾਂ ਨੇ, ਕਿਉਂਕਿ ਵਿਅੰਗ ਸੀਗਾ, ਮੇਰੇ 'ਤੇ ਸਿੱਧੀ ਉਸ ਕਿਸਮ ਦੀ ਵੀ ਉਂਗਲੀ ਘੱਟ ਹੋਈ। ਉਹ ਤੋਂ ਗਾਹਾਂ ਫਿਰ ਮੈਂ ਇਸ ਕਿਸਮ ਦੇ ਮਸਲਿਆਂ ਬਾਰੇ ਉਹ ਲਿਖਦਾ ਰਿਹਾ, ਮਤਲਬ ਵੱਖਰੇ। ਅਤੇ ਉਹਦੇ ਤੋਂ ਹੀ ਫਿਰ ਉਹ ਮਤਲਬ ਜਿਹੜਾ ਉਹ ਜੁਗਤੂ ਨਾਵਲ ਦਾ, ਮੈਂ ਫਿਰ ਉਹ ਕੈਰੈਕਟਰ ਨੂੰ ਪਹਿਲਾਂ ਜੋ ਕਿ ਜਿਸ ਤਰ੍ਹਾਂ ਮੈਂ ਇੱਧਰ ਸੋਸ਼ੋਲੋਜੀ ਦੀ MA ਕੀਤੀ ਸੀਗੀ, ਉਹਦੇ ਨਾਲ ਫਿਰ ਸਮਾਜ ਬਾਰੇ ਜਿਹੜੀ ਮੇਰੀ ਸਮਝ ਬਣੀ ਉਹ ਇਹ ਬਣੀ ਵੀ ਇਨਸਾਨ ਜਿਹੜਾ ਹੈ ਉਹਦੇ 'ਚ ਹਰ ਕਿਸਮ ਦੀ ਪੋਟੈਂਸ਼ੀਅਲ ਹੁੰਦੀ ਹੈ ਸ਼ੁਰੂ ਦੇ ਵਿੱਚ, ਚੰਗਾ ਜਾਂ ਮਾੜਾ ਬਣਨ ਦੀ, ਜਾਂ ਪੰਜਾਬੀ ਬੋਲਣ ਦੀ ਜਾਂ ਚਾਈਨੀਜ਼ ਬੋਲਣ ਦੀ, ਜੋ ਵੀ ਆ ਉਹ ਜੋ ਕੁਛ ਵੀ ਬਣਦਾ ਉਸ ਇਨਵਾਇਰਮੈਂਟ ਦੇ ਕਰਕੇ ਬਣਦਾ ਉਹ। ਸੋ ਜਿਹੜੇ ਸਾਡੇ ਬਹੁਤ ਸਾਰੇ ਲੋਕਾਂ ਦੇ ਜਿਸ ਕਿਸਮ ਦੇ ਉਹਨਾਂ ਦੇ ਸੁਭਾਅ ਹੈਗੇ ਆ, ਜਿਸ ਕਿਸਮ ਦੇ ਉਹਨਾਂ ਦੇ ਵਿਅਕਤੀਗਤ ਹੈਗੇ ਆ, ਉਹ ਪਿੰਡ ਦੀ ਪੈਦਾਇਸ਼ ਹੈਗੇ ਆ। ਸੋ ਜੇ ਅਸੀਂ ਕਿਸੇ ਮਤਲਬ ਅਸੀਂ ਜਿਹੜੇ ਸਾਡੇ ਲੋਕ ਜਿਸ ਕਿਸਮ ਦਾ ਕਈ ਵਾਰੀ ਬਿਹੇਵੀਅਰ ਕਰਦੇ ਆ, ਅਸੀਂ ਉਹਨਾਂ ਨੂੰ ਹੀ ਉਹਨਾਂ 'ਚ ਉਂਗਲੀ ਰੱਖਦੇ ਹਾਂ। ਮੇਰੇ ਮਨ 'ਚ ਇਹ ਆ ਵੀ ਅਸਲ ਦੇ ਵਿੱਚ ਉਹਨਾਂ ਦੀ ਇਹ ਕਸੂਰ ਨਹੀਂ ਆ, ਉਸ ਪਿੰਡ ਦੀ ਪੈਦਾਇਸ਼, ਉਸ ਇਨਵਾਇਰਮੈਂਟ ਦੀ ਪੈਦਾਇਸ਼ ਹੈਗੇ ਆ ਉਹ। ਸੋ ਇਹ ਨਾਵਲ ਜਿਹੜਾ ਉਹਦੇ 'ਚ ਮੈਂ ਸ਼ੁਰੂ ਦੇ ਵਿੱਚ ਲੰਬਾ ਜਿਹੜਾ ਉਹਦੀ ਇੰਟਰੋਡਕਸ਼ਨ ਲਿਖੀ, ਉਹਦੇ 'ਚ ਮੈਂ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਵੀ ਇਹ ਜਿਹੜਾ ਸਾਰਾ ਇੱਕ ਬਿਲਕੁਲ ਮਨ ਘੜਤ ਹੈ, ਇਹਦੇ ਵਿੱਚ ਕਿਸੇ ਕਿਸਮ ਦੀ ਵੀ ਕੋਈ ਸੱਚਾਈ ਵਾਲੀ ਗੱਲ ਨਹੀਂ, ਕਿਸੇ ਵੀ ਕਹਾਣੀ ਦੇ ਵਿੱਚ ਕਿਸੇ ਕਲਪਨਾ ਵੱਖਰੀਆਂ ਕਹਾਣੀਆਂ ਉਹਦੇ 'ਚ ਮੈਂ ਜੋੜੀਆਂ,
ਵੀ ਇਹ ਸਿਰਫ ਇਹ ਦਿਖਾਲਣ ਦੀ ਮੇਰੀ ਕੋਸ਼ਿਸ਼ ਹੈਗੀ ਆ ਜਾਂ ਇਹ ਸਮਝਣ ਦੀ ਜਾਂ ਸਮਝਾਉਣ ਦੀ ਕਿ ਅਸੀਂ ਜੋ ਕੁਝ ਬਣਦੇ ਆ ਉਹ ਸਾਡਾ এনवायरमेंट ਆ ਸਾਡੇ 'ਤੇ ਉਹ ਅਸਰ ਪਾਉਂਦਾ ਆ। ਸੋ ਜਿਹੜਾ ਉਹ ਇੱਕ ਬੱਚਾ ਪਿੰਡ ਦੇ ਵਿੱਚ ਹਰ ਬੰਦਾ ਉਹਨੂੰ ਕੁੱਟਦਾ ਜਾਂ ਦਬਕ ਮਾਰਦਾ ਆ, ਉਹ ਉਸ ਕਿਸਮ ਦਾ ਬਣ ਜਾਂਦਾ ਹੈ। ਫਿਰ ਉਹ ਮਤਲਬ ਉਹ ਜਿਹੜਾ ਜੋਗਤੂ ਕੈਰੈਕਟਰ ਹੈ ਜਿਹੜਾ ਨਾ, ਉਹਦੇ ਜਿਹੜੇ ਤੁਸੀਂ ਪਹਿਲਾਂ ਸੌਖ ਸਫਾ ਪੜ੍ਹੋ ਜਿਹੜਾ ਪਿੰਡ ਬਾਰੇ ਆ, ਜਿਹੜਾ ਮੈਨੂੰ ਲੱਗਦਾ ਵੀ ਉਹ ਜ਼ਿਆਦਾ ਦਿਲਚਸਪ ਹੈਗਾ ਆ। ਉਹਦੇ ਵਿੱਚ ਫਿਰ ਪਿੰਡ ਦੇ ਮਾਹੌਲ ਦੇ ਵਿੱਚ ਜਿਸ ਤਰੀਕੇ ਨਾਲ ਉਹ ਵਿਚਰਦਾ ਹੈ ਜਾਂ ਜਿਸ ਤਰੀਕੇ ਨਾਲ ਲੋਕ ਜਿਵੇਂ ਵਿਚਰਦੇ ਆ, ਜੋ ਉਹਦੇ ਨਾਲ ਕਰਦੇ ਆਪਸ ਵਿੱਚ ਵੀ ਹੋਰ ਵੀ ਜੋ ਕੁਛ ਆਲੇ ਦੁਆਲੇ ਗੱਲਾਂ ਬਾਤਾਂ ਹੁੰਦੀਆਂ। ਜਿਹੜਾ ਸਕੂਲ ਦਾ ਸਾਡੇ ਉੱਥੇ ਸਿਸਟਮ ਸੀਗਾ, ਜਿਸ ਤਰੀਕੇ ਨਾਲ ਅਧਿਆਪਕ ਆ ਜਿਹੜੇ ਉਹ ਬੱਚਿਆਂ ਨੂੰ ਕੁੱਟਦੇ ਆ, ਮਾਰਦੇ ਆ ਜਾਂ ਉਹਨਾਂ ਤੋਂ ਕੰਮ ਕਰਾਉਂਦੇ ਆ, ਉਹ ਸਾਰੀਆਂ ਗੱਲਾਂ ਜਿਹੜੀਆਂ ਆ ਮੈਂ ਉਸ ਮਤਲਬ ਕੈਰੈਕਟਰ ਦੇ ਵਿੱਚ ਪਾਈਆਂ। ਅਤੇ ਮਗਰੋਂ ਨਹੀਂ ਫਿਰ ਉਹ ਕੈਨੇਡਾ ਆ ਕੇ ਜੋ ਕੁਛ ਇੱਧਰ ਵੀ ਉਸ ਕਿਸਮ ਦੀਆਂ ਗੱਲਾਂ ਬਾਤਾਂ ਹੁੰਦੀਆਂ। ਸੋ ਨਾਵਲ ਜਿਹੜਾ ਸਾਰੇ ਦਾ ਸਾਰਾ ਇੱਕ ਵੱਖਰੀਆਂ ਵੱਖਰੀਆਂ ਕਹਾਣੀਆਂ ਘੜ ਕੇ ਕੀਤਾ ਹੈ। ਅਤੇ ਕੁਛ ਲੋਕਾਂ ਨੇ ਉਹਨੂੰ ਮਤਲਬ ਬਿਲਕੁਲ ਨਾਵਲ ਨਹੀਂ ਮੰਨਿਆ ਹੈ, ਅਤੇ ਮੈਨੂੰ ਉਹਨਾਂ 'ਤੇ ਕੋਈ ਇਤਰਾਜ਼ ਇਸ ਗੱਲ ਦਾ ਨਹੀਂ, ਕਿਉਂਕਿ ਸ਼ਾਇਦ ਉਹ ਹੈ ਵੀ ਨਹੀਂ। ਇਹ ਲੋਕਾਂ ਦੀ ਆਪਣੀ ਸਮਝ ਹੈ ਜੀ, ਆਲੋਚਕਾਂ ਦੀ ਆਪਣੀ ਸਮਝ ਹੁੰਦੀ ਹੈ। ਬਿਲਕੁਲ ਮੈਨੂੰ ਮਤਲਬ ਉਹਨਾਂ ਦੀਆਂ ਗੱਲਾਂ ਦੇ ਵਿੱਚ ਵੀ ਵਜ਼ਨ ਲੱਗਦਾ ਸੀਗਾ, ਪਰ ਮੈਨੂੰ ਮਤਲਬ ਕਿਉਂਕਿ ਨਾਵਲ ਦੀ ਪਰਿਭਾਸ਼ਾ ਕਾਫੀ ਖੁੱਲ੍ਹੀ ਆ, ਬਹੁਤ ਵੱਡੀ ਆ, ਬਹੁਤ ਕਿਸਮ ਦੀਆਂ ਚੀਜ਼ਾਂ ਜਿਨ੍ਹਾਂ ਨੂੰ ਨਾਵਲ ਸਮਝ ਲਿਆ ਜਾਂਦਾ। ਸੋ ਮੈਂ ਵੀ ਇਹ ਮਤਲਬ ਖੁੱਲ੍ਹ ਲੈ ਲਈ ਕਿ ਉਹਨੂੰ ਨਾਵਲ ਕਿਹਾ। ਅਤੇ ਪਰ ਉਹ ਜਿਹੜੀਆਂ ਸਾਰੀਆਂ ਉਸ ਕਿਸਮ ਦੀਆਂ ਗੱਲਾਂ ਸੀਗੀਆਂ, ਉਹ ਸੀਗੀਆਂ ਸਾਡੇ ਆਪਣੇ ਭਾਈਚਾਰੇ ਬਾਰੇ, ਇੱਥੇ ਬਾਰੇ, ਪੰਜਾਬ ਬਾਰੇ, ਜਾਂ ਹੋਰ ਜਿੱਥੇ ਵੀ ਅਸੀਂ ਵੱਸਦੇ ਹਾਂ, ਇੰਗਲੈਂਡ ਬਾਰੇ ਵੀ ਉਹਦੇ 'ਚ ਇੱਕ ਦੋ ਗੱਲਾਂ ਹੈਗੀਆਂ। ਸੋ ਉਸ ਕਿਸਮ ਦੀਆਂ ਕਹਾਣੀਆਂ ਜੋੜ ਕੇ ਮੈਂ ਉਹ ਨਾਵਲ ਲਿਖਿਆ। ਬਹੁਤ ਖੂਬ। ਚਲੋ ਮੈਂ ਪੜ੍ਹਿਆ ਤਾਂ ਨਹੀਂ, ਮੈਨੂੰ ਹੁਣ ਪੜ੍ਹਨਾ ਪਊਗਾ, ਮੈਂ ਪੜ੍ਹੂੰਗਾ ਜ਼ਰੂਰ। ਡਾਕਟਰ ਸੁਰਜੀਤ ਬਰਾੜ ਨੇ ਵੀ ਜ਼ਿਕਰ ਕੀਤਾ ਅਤੇ ਮੇਰੇ ਲਈ ਇਹ ਜ਼ਰੂਰੀ ਵੀ ਹੋ ਗਿਆ ਕਿ ਮੈਂ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਤੁਸੀਂ ਕਲਪਨਾ ਚਿੱਤਰਨ ਕੀਤਾ ਉਹਦਾ ਮੈਂ ਵੀ ਆਨੰਦ ਮਾਣਾ। ਅੱਛਾ ਜੀ, ਹੁਣ ਗੱਲ ਕਰੀਏ ਅਸੀਂ ਪੰਜਾਬੀ ਬੋਲੀ ਬਾਰੇ, ਜਿਸ ਸਬਜੈਕਟ 'ਤੇ ਤੁਸੀਂ ਅੱਜ ਇੱਥੇ ਮੁੱਖ ਵਕਤਾ ਹੋ। ਪੰਜਾਬੀ ਬੋਲੀ ਕੈਨੇਡਾ ਵਿੱਚ ਕਿਵੇਂ ਹੈ? ਦੇਖੋ ਜੀ, ਸਾਡੀ ਬੋਲੀ ਇੱਥੇ 1897 ਜਦੋਂ ਸਾਡੇ ਪਹਿਲੇ ਇੱਥੇ ਲੋਕ ਆਏ, ਉਦੋਂ ਤੋਂ ਇੱਥੇ ਬੋਲੀ ਜਾਂਦੀ ਆ। 125 ਸਾਲ ਹੋ ਗਿਆ। ਅਤੇ ਜਿਹੜੀ ਮਤਲਬ ਬੋਲੀ ਇਹ ਸਿਰਫ ਘਰਾਂ ਦੇ ਵਿੱਚ ਜਾਂ ਲੋਕ ਇੱਕ ਦੂਜੇ ਨਾਲ ਹੀ ਨਹੀਂ ਬੋਲਦੇ, ਇਹ ਕੰਮਾਂ ਕਾਰਾਂ 'ਤੇ ਵੀ ਬੋਲੀ ਜਾਂਦੀ ਰਹੀ ਆ। ਕਿਉਂਕਿ ਅਸੀਂ ਬਹੁਤ ਸਾਰੇ ਲੋਕ, ਸਾਨੂੰ ਸ਼ੁਰੂ ਦੇ ਵਿੱਚ ਇੱਕ ਦੋ ਹੀ ਮਤਲਬ ਫੀਲਡ ਖੇਤਰ ਸੀਗੇ ਜਿੱਥੇ ਸਾਨੂੰ ਕੰਮ ਮਿਲਦੇ ਸੀ, ਜਾਂ BC ਦੇ ਵਿੱਚ ਫਾਰਮਾਂ ਦੇ ਵਿੱਚ, ਜਾਂ ਫਿਰ ਜਿਹੜੀ ਲੰਬਰ ਇੰਡਸਟਰੀ ਹੈ ਨਾ, ਸਾਮਿਲਾਂ ਜਾਂ ਲੌਗਿੰਗ ਦੇ ਵਿੱਚ। ਸੋ ਉੱਥੇ ਇਕੱਠੇ ਲੋਕ ਕੰਮ ਕਰਦੇ ਸੀਗੇ, ਉਹ ਕੰਮਾਂ ਕਾਰਾਂ ਦੇ ਵੀ ਪੰਜਾਬੀ ਬੋਲਦੇ ਸੀਗੇ। ਸੋ ਮੇਰਾ ਇਹ ਮੰਨਣਾ ਆ ਕਿ ਅਸੀਂ ਕੈਨੇਡਾ ਦੇ ਵਿਕਾਸ ਵਿੱਚ ਸਾਡੀ ਬੋਲੀ ਨੇ ਉਦੋਂ ਤੋਂ ਜਿਹੜਾ ਉਹ ਯੋਗਦਾਨ ਪਾਇਆ ਹੈਗਾ। ਅਤੇ ਅਸੀਂ ਮਤਲਬ ਸਾਡੀ ਬੋਲੀ ਨੇ ਜਿਹੜੇ ਸਾਡੇ ਆਪਣੇ ਲੋਕਾਂ ਨੇ, ਇਸ ਪਰਟੀਕੁਲਰ ਵੈਨਕੂਵਰ ਦੇ ਵਿੱਚ 1906 ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਜਿਹੜੀ ਸਥਾਪਿਤ ਕੀਤੀ ਗਈ। 1908 ਦੇ ਵਿੱਚ ਨਾਰਥ ਅਮਰੀਕਾ ਦਾ ਪਹਿਲਾ ਗੁਰਦੁਆਰਾ ਉੱਥੇ ਬਣਿਆ। ਅੱਛਾ, ਜੇ ਤੁਸੀਂ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਸਰਗਰਮੀਆਂ ਕਾਰਵਾਈਆਂ ਦੇਖੋ ਤਾਂ ਸਾਰੀਆਂ ਪੰਜਾਬੀ ਦੇ ਵਿੱਚ ਗੁਰਮੁਖੀ ਲਿਪੀ 'ਚ ਲਿਖੀਆਂ ਮਿਲਦੀਆਂ। ਸੋ ਕੈਨੇਡਾ ਦੇ ਵਿੱਚ ਪਿਛਲੇ 125 ਸਾਲ ਤੋਂ ਪੰਜਾਬੀ ਜਿਹੜੀ ਆ ਉਹ ਮਤਲਬ ਬੋਲੀ ਵੀ ਜਾਂਦੀ ਆ, ਅਤੇ ਇੱਥੇ ਦੇ ਮਤਲਬ ਇਸ ਮੁਲਕ ਦੇ ਵਿੱਚ ਆਪਣਾ ਯੋਗਦਾਨ ਵੀ ਪਾ ਰਹੀ ਆ। ਹਾਂਜੀ, ਇੱਕ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੀ, ਪੰਜਾਬੀ ਬੋਲੀ ਦੇ ਬਾਰੇ ਇਹ ਚਰਚਾ ਸੀ ਕੁਝ ਸਮਾਂ ਪਹਿਲਾਂ ਕਿ ਕੈਨੇਡਾ ਦੇ ਵਿੱਚ 3rd ਵੱਡੀ ਭਾਸ਼ਾ ਜਿਹੜੀ ਆਮ ਬੋਲੀ ਜਾਂਦੀ, ਹੁਣ ਪਤਾ ਲੱਗਾ 4ਥੀ ਹੋ ਗਈ। ਹਾਂ, ਹੁਣ ਇਹ ਇਸ ਵੇਲੇ 4ਥੀ ਆ। ਜਿਹੜੀ ਮੈਂਡਰਨ ਹੈਗੀ ਆ ਉਹ 3ਜੇ ਨੰਬਰ 'ਤੇ ਆ। ਅੰਗਰੇਜ਼ੀ ਤੋਂ ਬਾਅਦ ਫਰੈਂਚ, ਫਰਾਂਸੀਸੀ, ਉਸ ਤੋਂ ਬਾਅਦ ਮੈਂਡਰਨ ਜਿਹੜੀ ਚਾਈਨੀਜ਼ ਹੈਗੀ ਆ, ਅਤੇ 4ਥੇ ਨੰਬਰ 'ਤੇ ਪੰਜਾਬੀ ਆ। ਅਤੇ ਇਸ ਜਿਹੜੀ ਹੁਣ ਪਿਛਲੇ ਸਾਲ 2021 ਦੇ ਵਿੱਚ ਮਰਦਮਸ਼ੁਮਾਰੀ ਹੋਈ ਆ, ਉਹਦੇ ਵਿੱਚ ਸਾਡੇ ਜਿਹੜੇ ਪੰਜਾਬੀ ਬੋਲੀ ਜਿਹੜੀ ਲੋਕਾਂ ਨੇ ਮੰਨੀ ਆ ਕਿ ਸਾਡੀ ਬੋਲੀ ਪੰਜਾਬੀ ਆ, ਉਹਨਾਂ ਦੇ ਨੰਬਰ ਪਹਿਲਾਂ ਨਾਲੋਂ ਕਾਫੀ ਉੱਤੇ ਆ। ਇਸ ਵਾਰ ਤਕਰੀਬਨ 9.5 ਲੱਖ ਦੇ ਨਜ਼ਦੀਕ ਜਿਹੜੇ ਲੋਕਾਂ ਨੇ ਇਹ ਕਿਹਾ ਕਿ ਅਸੀਂ ਪੰਜਾਬੀ ਬੋਲਦੇ ਹਾਂ। ਪਰ ਹੁਣ ਕਿਤੇ ਜ਼ਿਆਦਾ ਇਹਦੇ ਨਾਲੋਂ? ਬਿਲਕੁਲ ਇਹਦੇ ਨਾਲੋਂ ਜ਼ਿਆਦਾ ਹੋਣਗੇ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਅਜੇ ਵੀ ਵੱਖਰੇ ਵੱਖਰੇ ਕਾਰਨਾਂ ਕਰਕੇ ਪੰਜਾਬੀ ਨੂੰ ਆਪਣੀ ਮਾਂ ਬੋਲੀ ਨਹੀਂ ਲਿਖਾਉਂਦੇ ਹੈ ਨਾ। ਉਹਨਾਂ 'ਚੋਂ ਬਹੁਤ ਸਾਰੇ ਪਾਕਿਸਤਾਨੀ ਪਿਛੋਕੜ ਦੇ ਵੀ ਆ, ਸਾਡੇ ਭਾਰਤੀ ਪਿਛੋਕੜ ਦੇ ਵੀ ਆ। ਉਹਦੇ ਵੱਖਰੇ ਵੱਖਰੇ ਕਾਰਨ ਆ ਜਿਹਨਾਂ ਕਰਕੇ ਮਤਲਬ ਬੋਲੀ ਜਿਹੜੀ ਆ ਉਹ ਸਾਡੀ ਨੇ ਮਤਲਬ ਇਸ ਸਥਿਤੀ ਦੇ ਵਿੱਚ ਆ। ਸੋ ਪਰ ਫਿਰ ਵੀ ਇਹ ਨੰਬਰ ਕਾਫੀ ਬੜਾ ਹੈ। ਇਹ ਕੈਨੇਡਾ ਦੀ ਟੋਟਲ ਪਾਪੂਲੇਸ਼ਨ ਦਾ 2.6% ਹੈਗਾ ਆ। ਚਲੋ ਆਖਰੀ ਸਵਾਲ, ਤੁਸੀਂ ਇਸ ਮੁਹਿੰਮ 'ਤੇ ਨਿਕਲੇ ਹੋ ਵੈਨਕੂਵਰ ਤੋਂ, ਜਗ੍ਹਾ ਜਗ੍ਹਾ 'ਤੇ ਜਾ ਕੇ ਤੁਸੀਂ ਪੰਜਾਬੀ ਬੋਲੀ ਬਾਰੇ ਲੋਕਾਂ 'ਚ ਅਵੇਅਰਨੈਸ ਪੈਦਾ ਕਰਨੀ ਚਾਹੁੰਦੇ ਹੋ ਜਾਂ ਕਰ ਰਹੇ ਹੋ, ਕੀ ਨਤੀਜੇ ਨਿਕਲ ਰਹੇ? ਨਤੀਜੇ ਤਾਂ ਕੋਈ ਅਜੇ ਖਾਸ ਜਿਹੜੀ ਖਾਸ ਗੱਲ ਮੈਂ ਕਰਨੀ ਇੱਥੇ ਆਇਆ ਫਤਿਹਕਲਾਂ BC ਦੇ ਵਿੱਚ ਤਾਂ ਨਤੀਜੇ ਕੋਈ ਇੰਨੇ ਮਾੜੇ ਨਹੀਂ ਹੈ। ਉੱਥੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਆ, 3-4 ਯੂਨੀਵਰਸਿਟੀਆਂ ਦੇ ਵਿੱਚ ਵੀ ਪੰਜਾਬੀ ਪੜ੍ਹਾਈ ਜਾਂਦੀ ਆ। ਪਰ ਹਜੇ ਮਤਲਬ ਫਤਿਹਕਲਾਂ ਸਾਡੇ ਕੋਲ ਨਾਰਥ ਅਮਰੀਕਾ ਦੇ ਵਿੱਚ ਵੀ
ਇੱਦਾਂ ਦੀ ਕੋਈ ਯੂਨੀਵਰਸਿਟੀ ਨਹੀਂ ਹੈ ਜਿੱਥੇ ਤੁਸੀਂ ਪੰਜਾਬੀ ਦੇ ਵਿੱਚ BA ਕਰ ਸਕੋ, ਬਾਕੀ ਡਿਗਰੀਆਂ ਤਾਂ ਬਾਅਦ 'ਚ ਆਉਣੀਆਂ ਆ। ਸੋ ਹਜੇ ਬਹੁਤ ਕੰਮ ਕਰਨ ਵਾਲਾ ਹੈ। ਜਿਹੜੀ ਇੱਕ ਗੱਲ ਖਾਸ ਅਸੀਂ ਪਿਛਲੇ 20-22 ਸਾਲ ਤੋਂ ਵੈਨਕੂਵਰ 'ਚ ਕਰਦੇ ਰਹੇ ਹਾਂ, ਜਿਹੜੀ ਮੈਂ ਚਾਹੁੰਦਾ ਵੀ ਬਾਕੀ ਕੈਨੇਡਾ ਦੇ ਵਿੱਚ ਵੀ ਹੋਵੇ, ਅੱਗੇ ਵੀ ਕੋਸ਼ਿਸ਼ ਕਰਦੇ ਰਹੇ ਹਾਂ, ਉਹ ਇਹ ਆ ਕਿ ਸਾਨੂੰ ਕੈਨੇਡਾ ਦੇ ਵਿੱਚ ਜਿਹੜੀ ਕੈਨੇਡਾ ਦੀ ਨੈਸ਼ਨਲ ਮਤਲਬ ਕੇਂਦਰੀ ਸਰਕਾਰ ਦੀ ਭਾਸ਼ਾ ਨੀਤੀ ਹੈਗੀ ਆ, ਉਹਦੇ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈਗੀ ਆ। ਕਿਉਂਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਮੁਲਕ ਆ ਜਿਨ੍ਹਾਂ ਦੇ ਵਿੱਚ ਮਤਲਬ 2, 4, 5 ਕਈਆਂ ਦੇ ਹੁਣ ਆਪਣੇ ਭਾਰਤ ਦੇ ਵਿੱਚ 22 ਜਾਂ 24 ਜਿਹੜੀਆਂ ਸਰਕਾਰੀ ਭਾਸ਼ਾਵਾਂ ਆ, ਇੱਥੇ ਸਿਰਫ 2 ਹੀ ਆ। ਸੋ ਮੈਂ ਮਤਲਬ ਐਜ਼ ਏ ਕੈਨੇਡੀਅਨ ਮੈਂ ਲੇਖਕ ਹਾਂ, ਪਰ ਮੈਂ ਕੈਨੇਡੀਅਨ ਲੇਖਕ ਨਹੀਂ ਹੈ। ਜੇ ਮੈਂ ਅੰਗਰੇਜ਼ੀ ਦੇ ਵਿੱਚ ਜਾਂ ਫਰੈਂਚ ਦੇ ਵਿੱਚ ਕੋਈ ਚੀਜ਼ ਪਬਲਿਸ਼ ਕਰਦਾ ਹਾਂ ਫਿਰ ਮੈਂ ਕੈਨੇਡੀਅਨ ਬਣਦਾ, ਅਦਰਵਾਈਜ਼ ਮੈਂ ਵਿਦੇਸ਼ੀ ਬੋਲੀ 'ਚ ਲਿਖ ਰਿਹਾ ਅਤੇ ਮੈਂ ਵਿਦੇਸ਼ੀ ਲੇਖਕ ਹਾਂ ਕੈਨੇਡਾ 'ਚ ਰਹਿੰਦਾ। ਪੰਜਾਬੀ ਮਤਲਬ ਮੈਂ ਕੈਨੇਡੀਅਨ ਲੇਖਕ ਨਹੀਂ ਹੈ, ਪੰਜਾਬੀ ਲੇਖਕ। ਸੋ ਜਿਹੜੀ ਇੱਕ ਤਾਂ ਇਹ ਆ ਵੀ ਕੈਨੇਡਾ ਦੇ ਵਿੱਚ ਪੰਜਾਬੀ ਨੂੰ 125 ਸਾਲ ਹੋ ਗਿਆ ਮਤਲਬ ਇੱਥੇ ਪੂਰੀ ਤਰ੍ਹਾਂ ਯੋਗਦਾਨ ਪਾਉਂਦੀ ਨੂੰ। ਸਾਨੂੰ ਮਤਲਬ ਇਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੈਨੇਡੀਅਨ ਬੋਲੀ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਸੋ ਇੱਕ ਤਾਂ ਇਹ ਬਹੁਤ ਵੱਡਾ ਮਸਲਾ ਹੈਗਾ ਜਿਹੜਾ ਮੈਂ ਸਮਝਦਾ ਕਿ ਇਕੱਲਾ ਵੈਨਕੂਵਰ ਜਾਂ BC 'ਚ ਨਹੀਂ, ਇਹ ਸਾਰੇ ਕੈਨੇਡਾ ਦਾ ਮਸਲਾ ਹੈ। ਔਰ ਸਾਰੇ ਕੈਨੇਡਾ ਦੇ ਜਿਹੜੇ ਪੰਜਾਬੀ ਹੈਗੇ ਆ ਉਹਨਾਂ ਨੂੰ ਇਹਦੇ ਬਾਰੇ ਸੋਚਣਾ ਅਤੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ। ਸੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਤੁਹਾਨੂੰ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਮਿਲ ਚੁੱਕੀ ਆ, ਸਾਡੀ ਮਾਂ ਬੋਲੀ ਨੂੰ ਵੀ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਮਿਲਣੀ ਚਾਹੀਦੀ ਆ। ਇਹ ਵੱਡਾ ਮਸਲਾ ਲੈ ਕੇ ਮੈਂ ਇੱਕ ਨਿੱਜੀ ਸਵਾਲ ਆਖਰੀ, ਸਮਾਂ ਕਾਫੀ ਹੋ ਗਿਆ। ਆਮ ਤੌਰ 'ਤੇ ਲੇਖਕਾਂ ਦੇ ਉੱਤੇ ਇੱਕ ਹੁੰਦਾ ਆ ਕਿ ਇਹ ਖੱਬੇ ਪੱਖੀ ਵਿਚਾਰਧਾਰਾ ਦੇ ਲੇਖਕ ਆ, ਤੁਸੀਂ ਆਪਣੇ ਬਾਰੇ ਕੀ ਕਹੋਗੇ? ਤੁਸੀਂ ਮੇਰੇ ਬਾਰੇ ਵੀ ਇਹ ਕਹਿ ਸਕਦੇ ਆ, ਕਿਉਂਕਿ ਮੈਂ ਸ਼ੁਰੂ ਦੇ ਵਿੱਚ ਹੀ ਮਤਲਬ ਮੇਰੇ 'ਤੇ ਜਿਹੜੀ ਖੱਬੀ ਸਿਆਸਤ ਦਾ ਉਹਦਾ ਪ੍ਰਭਾਵ ਸੀਗਾ। ਜਿਵੇਂ ਪਹਿਲਾਂ ਵੀ ਆਪ ਵੀ ਜ਼ਿਕਰ ਕੀਤਾ ਕਿ ਮੈਂ ਬਹੁਤ ਸਾਰੇ ਰੂਸੀ ਨਾਵਲ ਪੜ੍ਹੇ, ਸੋ ਮੇਰੇ 'ਤੇ ਵੀ ਪਹਿਲਾਂ ਤੋਂ ਮਤਲਬ ਇਹ ਪ੍ਰਭਾਵ ਰਿਹਾ। ਪਰ ਮੈਂ ਕਦੇ ਵੀ ਕਿਸੇ ਪੋਲੀਟੀਕਲ ਪਾਰਟੀ ਦਾ ਮੈਂਬਰ ਨਹੀਂ ਰਿਹਾ। ਪਰ ਮੇਰੀ ਸੋਚ ਹੈ ਜਿਹੜੀ, ਤੁਸੀਂ ਉਹਨੂੰ ਕਹਿ ਸਕਦੇ ਆ ਕਿ ਮੈਂ ਮਾਰਕਸਿਜ਼ਮ ਤੋਂ ਪ੍ਰਭਾਵਿਤ ਹਾਂ। ਅਤੇ ਮੈਂ ਸਮਝਦਾ ਕਿ ਹਜੇ ਵੀ ਭਾਵੇਂ ਮਤਲਬ ਜੋ ਕੁਛ ਮਾਰਕਸ ਦੇ ਵਿਚਾਰਾਂ ਦੇ ਨਾਲ ਤਬਦੀਲੀਆਂ ਆਈਆਂ ਉਹ ਉਸ ਕਿਸਮ ਦੀਆਂ ਕਾਮਯਾਬ ਨਹੀਂ ਹੋਈਆਂ, ਪਰ ਸਮਾਜ ਨੂੰ ਸਮਝਣ ਦੇ ਲਈ ਹਜੇ ਵੀ ਉਹ ਇੱਕ ਬਹੁਤ ਵਧੀਆ ਤਰੀਕਾ ਹੈਗਾ ਆ। ਅਤੇ ਮੈਂ ਮਤਲਬ ਹਜੇ ਵੀ ਉਹਦੇ ਨਾਲ ਪੂਰੀ ਤਰ੍ਹਾਂ ਇਸ ਗੱਲੋਂ ਜੁੜਿਆ ਹਾਂ। ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਖੁੱਲ੍ਹੀਆਂ ਗੱਲਾਂ ਕਰਕੇ, ਤੁਹਾਡੇ ਸਾਹਿਤਕ ਸਫ਼ਰ ਬਾਰੇ ਵੀ ਗੱਲ ਪਤਾ ਲੱਗੀ। ਔਰ ਤੁਸੀਂ ਜਿਹੜੀ ਪੰਜਾਬੀ ਬੋਲੀ ਦੇ ਪਸਾਰ ਲਈ, ਪ੍ਰਚਾਰ ਦੇ ਲਈ ਲੱਕ ਬੰਨ੍ਹ ਕੇ ਤੁਰੇ ਹੋ, ਇਹ ਬੜਾ ਸ਼ਲਾਘਾ ਵਾਲਾ ਕੰਮ ਹੈ। ਤੁਹਾਡੇ ਉਦਮ ਦੀ ਅਸੀਂ ਹਮੇਸ਼ਾ ਹੀ ਸ਼ਲਾਘਾ ਕਰਦੇ ਰਹਾਂਗੇ। ਔਰ ਸਾਨੂੰ ਮਾਣ ਹੈ ਕਿ ਸਾਡਾ ਪੰਜਾਬੀ ਦਾ ਸਬੂਤ ਅੱਜ ਵੀ ਨਹੀਂ ਪੈਗ ਦੇ ਵਿੱਚ ਬਤੌਰ ਡਾਕਟਰ ਸਾਧੂ ਬਨਿੰਗ ਹਾਜ਼ਰ ਹੈ। ਪੰਜਾਬੀ ਹੋ ਤੁਸੀਂ, ਅਸੀਂ ਵੀ ਪੰਜਾਬੀ ਹਾਂ, ਅਤੇ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਇਸ ਆਫ ਇੰਡੀਆ ਵੱਲੋਂ ਤੁਹਾਡਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ। ਬਹੁਤ ਬਹੁਤ ਸ਼ੁਕਰੀਆ ਮੈਨੂੰ ਇਹ ਮੌਕਾ ਦੇਣ ਲਈ, ਅਤੇ ਮੇਰੀਆਂ ਜਿਹੜੀਆਂ ਇਹ ਗੱਲਾਂ ਹੈਗੀਆਂ ਉਹ ਸਾਰੇ ਲੋਕਾਂ ਤੱਕ ਪਹੁੰਚਾਉਣ ਲਈ। ਮੈਂ ਸਮਝਦਾ ਕਿ ਇਹ ਪੰਜਾਬੀ ਬੋਲੀ ਜਿਹੜੀ ਆ, ਉਹ ਬੋਲੀ ਜਿਹੜੀ ਕਿਸੇ ਵੀ ਇੱਕ ਵਿਅਕਤੀ ਦੀ ਨਹੀਂ ਹੁੰਦੀ, ਉਹ ਮਤਲਬ ਸਾਰੇ ਸਮਾਜ ਦੀ ਹੁੰਦੀ ਆ, ਸਾਡੇ ਸਾਰੇ ਭਾਈਚਾਰੇ ਦੀ ਬੋਲੀ ਆ। ਅਤੇ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਉਹ ਤੁਹਾਡੀਆਂ ਵੀ ਆ, ਸਾਰਿਆਂ ਦੀਆਂ ਆਪਣੀਆਂ। ਅਤੇ ਅਸੀਂ ਜੇ ਰਲ ਕੇ ਇਹਨਾਂ ਗੱਲਾਂ ਨੂੰ ਕਰੀਏ ਤਾਂ ਮੇਰਾ ਖਿਆਲ ਹੈ ਕਿ ਅਸੀਂ ਕੈਨੇਡਾ ਦੇ ਵਿੱਚ ਪੰਜਾਬੀ ਬਾਰੇ ਕੁਛ ਨਾ ਕੁਛ ਵਧੀਆ ਜਿਹੜਾ ਸਾਰਥਕ ਉਹ ਕਰ ਸਕਦੇ ਹਾਂ ਵਿਕਾਸ। ਅਤੇ ਮੈਂ ਇਸ ਆਸ ਨਾਲ ਹੀ ਮਤਲਬ ਇਹ ਕੰਮ ਕਰਦਾ ਹੈਗਾ ਹਾਂ। ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਵੀ ਮੈਂ ਨਤੀਜਿਆਂ ਬਾਰੇ ਕਦੀ ਬੜਾ ਫਿਕਰ ਨਹੀਂ ਕੀਤਾ ਹੈ। BC ਦੇ ਵਿੱਚ ਅਸੀਂ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ, ਪਰ ਜਿਹੜੇ ਜਿਸ ਕਿਸਮ ਦੀਆਂ ਸਾਨੂੰ ਉੱਥੇ ਮੌਕੇ ਮਿਲੇ ਆ ਉਹ ਅਸੀਂ ਪੂਰੀ ਤਰ੍ਹਾਂ ਉਹਦਾ ਲਾਹਾ ਨਹੀਂ ਲੈ ਸਕੇ। ਇਹ ਵੀ ਜਿਹੜਾ ਮੈਂ ਜੋ ਕੋਈ ਕੰਮ ਕਰਦਾ, ਮੈਨੂੰ ਇਸ ਗੱਲ ਦੀ ਮੈਨੂੰ ਨਹੀਂ ਹੈ ਵੀ ਮੈਂ ਜੋ ਕੁਛ ਕਰਦਾ ਵੀ ਮੈਂ ਇਨਕਲਾਬ ਲਿਆ ਦੇਣਾ ਜਾਂ ਮਤਲਬ ਅਸੀਂ ਕੈਨੇਡਾ ਦੇ ਵਿੱਚ ਪੰਜਾਬੀ ਬੋਲੀ ਜਿਹੜੀ ਇਸ ਤਰੀਕੇ ਨਾਲ ਸਥਾਪਿਤ ਕਰ ਦੇਣੀ ਆ। ਪਰ ਜੇ ਅਸੀਂ ਇਹ ਗੱਲਾਂ ਕਰਦੇ ਰਹੀਏ ਤਾਂ ਮੈਨੂੰ ਲੱਗਦਾ ਵੀ ਇਹਨਾਂ ਗੱਲਾਂ ਦਾ ਕਿਸੇ ਨਾ ਕਿਸੇ ਪੱਧਰ 'ਤੇ ਵਿਅਕਤੀ ਨੂੰ ਵੀ, ਜਿਹੜਾ ਬੰਦਾ ਗੱਲਾਂ ਕਰ ਰਿਹਾ, ਸਮਾਜ ਨੂੰ ਵੀ, ਅਤੇ ਕੈਨੇਡਾ ਨੂੰ ਵੀ ਇਹਦਾ ਜ਼ਰੂਰ ਫਾਇਦਾ ਜ਼ਰੂਰ ਹੋਊਗਾ। ਅਤੇ ਮੈਂ ਉਸ ਆਸ ਦੇ ਨਾਲ ਜਾਂ ਉਸ ਵਿਚਾਰ ਦੇ ਨਾਲ ਜਿਹੜੇ ਇਹ ਕੰਮ ਕਰਦਾ ਹੈਗਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਵੈਰੀ ਮਚ।